ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਮਨਪ੍ਰੀਤ ਸਿੰਘ ਫਰੋਮ ਲਾਈ ਇਮੀਗ੍ਰੇਸ਼ਨ ਤੇ ਮੇਰੇ ਨਾਲ ਇਮੀਗ੍ਰੇਸ਼ਨ ਲਾਇਰ ਮਿਸਟਰ ਬਲਜਿੰਦਰ ਸਿੰਘ ਰਠੌਰ ਸਰ ਨੇ। ਅੱਜ ਬਹੁਤ ਸਾਰੇ ਬੱਚਿਆਂ ਦੇ ਸਵਾਲ ਸੀ ਕਿ ਜਿਹੜੇ ਯੂਕੇ ਦੇ ਵਿੱਚ ਟੂਰਿਸਟ ਵੀਜ਼ੇ ਤੇ ਹੁੰਦੇ ਆ ਜਾਂ ਜਿਹੜੇ ਇੰਡੀਆ ਤੋਂ ਏਜੰਟ ਉਹਨਾਂ ਨੂੰ ਟੂਰਿਸਟ ਵੀਜ਼ੇ ਤੇ ਭੇਜ ਦਿੰਦੇ ਆ ਔਰ ਕਹਿ ਕੇ ਭੇਜਦੇ ਆ ਕਿ ਤੁਹਾਡਾ ਜਿਹੜਾ ਵੀਜ਼ਾ ਵਾ ਯੂਕੇ ਵਿੱਚ ਕਨਵਰਟ ਹੋ ਜਾਏਗਾ। ਤੇ ਅੱਜ ਸਭ ਤੋਂ ਐਡਵਾਈਸ ਲੈਂਦੇ ਆ ਕਿ ਅਸੀਂ ਜਿਹੜੇ ਬੱਚੇ ਯੂਕੇ ਦੇ ਵਿੱਚ ਆਉਂਦੇ ਆ ਜਾਂ ਜਿਹੜੇ ਇਸ ਝਾਂਸੇ ਦੇ ਵਿੱਚ ਆ ਕੇ ਇੱਥੇ ਕਹਿੰਦੇ ਕਿ ਅਸੀਂ ਆਪਣਾ ਵੀਜ਼ਾ ਕਨਵਰਟ ਕਰ ਲਾਂਗੇ, ਉਹਦੇ ਵਿੱਚ ਕਿੰਨੀ ਕੁ ਸੱਚਾਈ ਆ ਸਰ, ਉਹ ਤੁਸੀਂ ਪਲੀਜ਼ ਸਾਨੂੰ ਥੋੜ੍ਹੀ ਜਿਹੀ ਕਲੈਰਿਟੀ ਦਿਓ, ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਸਵਾਲ ਨੇ ਇਹਦੇ ਇਸੇ ਬੇਸਿਸ ਦੇ ਉੱਤੇ ਕਿ ਅਸੀਂ ਯੂਕੇ ਦੇ ਵਿੱਚ ਆਵਾਂਗੇ ਤੇ ਆਪਣਾ ਵੀਜ਼ਾ ਵਰਕ ਵੀਜ਼ੇ ਵਿੱਚ ਸਵਿਚ ਕਰ ਲਾਂਗੇ ਜਾਂ ਉਹਦੇ ਵਿੱਚ ਸਟੱਡੀ ਵਿੱਚ ਚਲੇ ਜਾਵਾਂਗੇ। ਇਹਦੀ ਸੱਚਾਈ ਕੀ ਹੈ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਸਾਰਿਆਂ ਨੂੰ, ਜੋ ਜਿੱਥੇ ਵੀ ਹੈ। ਰੱਬ ਕਰੇ ਖੈਰ ਹੋਵੇ। ਤੇ ਦੇਖੋ, ਵੀਜ਼ੇ ਦਾ ਨਾਂ ਹੀ ਹੈਗਾ ਵਿਜ਼ਿਟਰ ਵੀਜ਼ਾ, ਠੀਕ ਹੈ ਜੀ। ਉਹ ਵੀਜ਼ੇ ਦੇ ਵਿੱਚ ਹੀ ਇਹਦਾ ਜਵਾਬ ਹੈਗਾ ਭਈ ਵਿਜ਼ਿਟ ਮਤਲਬ ਵਿਜ਼ਿਟਰ ਮਤਲਬ ਘੁੰਮਣ ਫਿਰਨ ਆਉਣਾ। ਪਹਿਲਾਂ ਤਾਂ ਤੁਸੀਂ ਇਹ ਦੇਖੋ ਵੀ ਜਦੋਂ ਵਿਜ਼ਿਟਰ ਵੀਜ਼ਾ ਲਾਉਂਦੇ ਹੈਗੇ ਉਹ ਲਾਉਣ ਤੋਂ ਪਹਿਲਾਂ ਬਈ ਜੇ ਤੁਸੀਂ ਇੰਡੀਆ ਤੋਂ, ਪਾਕਿਸਤਾਨ ਤੋਂ ਜਾਂ ਜਿਹੜੇ ਵੀ ਮੁਲਕ ਤੋਂ ਕੀ ਤੁਸੀਂ ਆਪਣਾ ਮੁਲਕ ਕਿੰਨਾ ਕੁ ਘੁੰਮੇ ਆ, ਉਹ ਇਮੀਗ੍ਰੇਸ਼ਨ ਵਾਲਾ ਹੀ ਵੇਖਦਾ ਹੈਗਾ ਕਿ ਤੁਸੀਂ ਸੈਰ ਕਿੰਨੀ ਕੀਤੀ ਜਿਹੜਾ ਯੂਕੇ ਜਾਣ ਨੂੰ ਆਪਾਂ ਚਾਹਵਾਨ ਹੈਗੇ। ਹਾਂ, ਇਹ ਵੱਖਰੀ ਗੱਲ ਹੈ, ਤੁਹਾਡੇ ਕੋਲ ਯੂਕੇ 'ਚ ਕੋਈ ਰਿਲੇਟਿਵਸ ਨੇ, ਕੋਈ ਫੰਕਸ਼ਨ ਨੇ, ਕੋਈ ਜੈਨੂਅਨ ਹੈ। ਜਦੋਂ ਵੀ ਵਿਜ਼ਿਟਰ ਵੀਜ਼ਾ ਲਾਇਆ ਜਾਂਦਾ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਜ਼ਰੂਰੀ ਦੇਖਣਾ ਹੁੰਦਾ ਕਿ ਤੁਹਾਡਾ ਸੋਰਸ ਆਫ ਇਨਕਮ ਕੀ ਹੈ, ਵੀ ਤੁਹਾਡੀ ਕਮਾਈ ਕਿੱਥੋਂ ਹੁੰਦੀ ਹੈ। ਕੋਈ ਆਪਣਾ ਬਿਜ਼ਨਸ ਹੈ, ਕੋਈ ਜੌਬ ਹੈ, ਤੇ ਉਹਦੇ ਬੇਸ 'ਤੇ ਤੁਹਾਡੇ ਮੰਥਲੀ ਇਨਕਮ ਕਿੰਨੀ ਹੈਗੀ ਹੈ। ਮੰਨ ਲਓ ਮੇਰੀ 25,000 ਤਨਖਾਹ ਹੈਗੀ ਇੰਡੀਆ ਦੇ ਵਿੱਚ, 25,000 ਤੇ 250 ਪਾਉਂਡ ਦੇ ਜੇ ਤੁਹਾਡੀ ਮਹੀਨੇ ਦੀ ਤਨਖਾਹ ਹੈ ਤੇ 4,000 5,000 ਪਾਉਂਡ ਤੁਸੀਂ ਕਹਿੰਦੇ ਮੈਂ ਲਾਣਾ ਉੱਥੇ ਜਾ ਕੇ, ਵੀ ਘੱਟੋ ਘੱਟ 5-6 ਸਾਲਾਂ ਦੀ ਤੁਸੀਂ ਕਮਾਈ ਹੀ ਲਾ ਦੋਗੇ। ਮਤਲਬ ਇਹ ਸੋਚਦੇ ਵੀ ਇੱਕ ਮਹੀਨੇ ਦੇ 'ਚ। ਤੇ ਇਹ ਚੀਜ਼ਾਂ ਮੈਟਰ ਕਰਦੀਆਂ ਨੇ। ਪਹਿਲੇ ਦੀ ਗੱਲ ਵਿਜ਼ਟਰ ਵੀਜ਼ਾ ਦੇ ਵਿੱਚ ਯੋਰ ਸੋਰਸ ਆਫ ਇਨਕਮ, ਸੈਕੰਡ ਤੁਹਾਡਾ ਕੋਈ ਰੀਜ਼ਨ ਕੀ ਹੈ ਕਿ ਤੁਸੀਂ ਕੰਟਰੀ ਛੱਡ ਕੇ ਮੁੜ ਜਾਓਗੇ। ਜ਼ਿਆਦਾਤਰ ਤੁਹਾਡੇ ਰਿਫਿਊਜ਼ਲ ਵਿਜ਼ਟਰ ਵੀਜ਼ੇ ਤਾਂ ਹੁੰਦੇ ਨੇ ਕਿ ਵੀ ਥਿੰਕ ਦੈਟ ਯੂ ਆਰ ਨਾਟ ਗੋਇੰਗ ਟੂ ਲੀਵ ਦਾ ਕੰਟਰੀ, ਭਾਵੇਂ ਯੂਕੇ ਦਾ ਹੋਵੇ ਜਾਂ ਕੈਨੇਡਾ ਦਾ ਹੋਵੇ ਜਾਂ ਕਿਤੇ ਹੋਰ ਪਾਸੇ ਦਾ ਹੋਵੇ। ਤਾਂ ਮੇਕ ਸ਼ੋਰ ਤੁਸੀਂ ਤੁਹਾਡਾ ਬੈਕਗਰਾਊਂਡ ਵਧੀਆ ਹੈਗਾ ਵਿਜ਼ਟਰ ਵੀਜ਼ਾ ਲਾਉਣ ਤੋਂ ਪਹਿਲਾਂ। ਹਾਂਜੀ ਸ਼ੋਰ ਸਰ, ਇਹੀ ਸਵਾਲ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਬੱਚੇ ਕਹਿੰਦੇ ਕਿ ਸਾਡਾ ਵਿਜ਼ਟਰ ਵੀਜ਼ਾ ਲੱਗ ਚੁੱਕਾ ਵਾ, ਠੀਕ ਹੈ, ਔਰ ਜਿਹੜੀ ਏਜੰਟਸ ਉਹਨਾਂ ਨੂੰ ਗਾਈਡ ਕਰਦੇ ਨੇ ਕਿ ਤੁਸੀਂ ਜਦੋਂ ਵੀ ਯੂਕੇ ਪਹੁੰਚਦੇ ਹੋ ਤੁਸੀਂ ਆਪਣਾ ਜਿਹੜਾ ਵੀਜ਼ਾ ਵਾ ਉਹ ਵਰਕ ਵੀਜ਼ੇ ਵਿੱਚ ਸਵਿਚ ਕਰ ਦਿੰਦੇ ਹੋ। ਇਹ ਸੱਚਾਈ ਉਹ ਬੱਚੇ ਜਾਣਨਾ ਚਾਹੁੰਦੇ ਨੇ ਕਿ ਇਹ ਵਾਕਿਆ ਹੋ ਜਾਂਦਾ, ਕਿਉਂਕਿ ਅਨਐਜੂਕੇਟਡ ਬੱਚੇ ਵੀ ਇੱਦਾਂ ਦੇ ਆਉਂਦੇ ਨੇ ਜਿਹੜੇ ਚਾਂਸਿਆਂ ਦੇ ਵਿੱਚ ਆ ਜਾਂਦੇ ਨੇ ਤੇ ਇੱਥੇ ਆ ਕੇ ਫਿਰ ਉਹ ਕੋਈ ਸੋਰਸ ਲੱਭਦੇ ਆ ਕਿਸੇ ਵੀ ਤਰੀਕੇ ਦੇ ਨਾਲ ਕਿ ਅਸੀਂ ਪੱਕੇ ਹੋ ਸਕਦੇ ਹਾਂ ਜਾਂ ਸਾਡਾ ਵਰਕ ਵੀਜ਼ਾ ਸਟੱਡੀ ਵਿੱਚ ਤਬਦੀਲ ਹੋ ਜਾਏਗਾ ਜਾਂ ਉਹ ਵਰਕ ਪਰਮਿਟ 'ਚ ਹੋ ਜਾਏਗਾ। ਉਹ ਕਿੰਨੀ ਸੱਚਾਈ ਆ, ਬਸ ਉਹ ਉਹਨਾਂ ਦੇ ਮੇਨ ਸਵਾਲ। ਦੇਖੋ, ਮੈਂ ਤੁਹਾਨੂੰ ਦੱਸਾਂ ਕਿ ਵਿਜ਼ਟਰ ਵੀਜ਼ਾ ਕਦੇ ਵੀ ਸਵਿਚ ਨਹੀਂ ਹੁੰਦਾ। ਦੁਬਾਰਾ ਕਹਿਣਾ ਕਿ ਵਿਜ਼ਟਰ ਵੀਜ਼ੇ ਤੋਂ ਤੁਸੀਂ ਨਾ ਸਟੂਡੈਂਟ ਵੀਜ਼ਾ ਕਰ ਸਕਦੇ ਹੋ, ਨਾ ਸਕਿਲਡ ਵਰਕ ਵੀਜ਼ਾ ਕਰ ਸਕਦੇ ਹੋ, ਤੁਸੀਂ ਸਵਿਚ ਨਹੀਂ ਕਰ ਸਕਦੇ, ਇਹ ਕਨਫਰਮ ਹੈ। ਤੇ ਕਈ ਬੱਚੇ ਬਹੁਤ ਸਾਰੇ ਪੈਸੇ ਜਿਹੜੇ ਨੇ ਉਹ ਜ਼ਾਇਆ ਕਰਦੇ ਨੇ ਸਿਰਫ ਇਹ ਵਿਜ਼ਟਰ ਦੇ ਚੱਕਰ 'ਚ। ਸਾਡਾ ਵਿਜ਼ਟਰ ਲਵਾ ਦਿਓ, ਇੱਕ ਵਾਰੀ ਐਂਟਰੀ ਕਰਾ ਦਿਓ। ਭਾਈ ਆਪਾਂ ਇਹਨਾਂ ਮੁਲਕਾਂ ਦੇ ਵਿੱਚ ਗੁਲਾਮੀ ਨਹੀਂ ਕਰਨੀ ਹੈਗੀ ਹੈ ਵੀ ਐਂਟਰੀ ਕਰਾ ਦਿਓ ਫਿਰ ਸਾਰੀ ਉਮਰ ਇਸ ਮੁਲਕਾਂ ਦੇ ਵਿੱਚ ਗੁਲਾਮ ਬਣ ਕੇ ਰਹੀਏ। ਔਰ ਇੱਥੋਂ ਦੇ ਕਹਿਣਾ ਨਹੀਂ ਚਾਹੁੰਦਾ ਬਟ ਜਿਹੜੇ ਇੰਪਲੋਇਰ ਤੁਹਾਨੂੰ ਐਕਸਪਲੋਇਟ ਕਰਨ, ਜਿਹੜੀ ਤੁਹਾਡਾ ਨਾਰਮਲ ਤੁਹਾਨੂੰ ਜੇ 10 ਪਾਉਂਡ ਮਿਲਣਾ ਹੈਗਾ ਘੰਟੇ ਦਾ, ਤੇ ਜੇ ਐਕਸਪਲੋਇਟੇਸ਼ਨ ਤੁਸੀਂ 5 ਪਾਉਂਡ 3 ਪਾਉਂਡ 4 ਪਾਉਂਡ ਤੇ ਕੰਮ ਕਰੋ ਸਾਰੀ ਉਮਰ, ਕਿਉਂ ਭਾਈ? ਤੇ ਖਾਲੀ ਇੱਕ ਐਂਟਰੀ ਕਰਕੇ ਆਪਣੇ ਆਪ ਨੂੰ ਸਾਰੀ ਉਮਰ ਵਾਸਤੇ ਮੁਲਕ ਦਾ ਗੁਲਾਮ, ਇੰਪਲੋਇਰਸ ਦਾ ਗੁਲਾਮ ਬਣਾ ਲੈਣਾ, ਇਹ ਮੈਂ ਬਿਲਕੁਲ ਨਹੀਂ ਤੁਹਾਨੂੰ ਐਡਵਾਈਸ ਦਿਆਂਗਾ। ਬਿਹਤਰ ਹੈ ਤੁਸੀਂ ਸਹੀ ਢੰਗ ਨਾਲ ਤੁਸੀਂ ਜੀ ਮੇਰੀ ਵੈਬਸਾਈਟ 'ਤੇ ਜਾ ਕੇ ਸਾਡੀ ਐਡਵਰਟਾਈਜ਼ਮੈਂਟ ਦੇਖੋ ਕਿ ਉਹਦੇ ਐਡਵਰਟਾਈਜ਼ਮੈਂਟ 'ਚ ਕਲੀਅਰ ਮੈਂਸ਼ਨ ਕੀਤਾ ਵੈਨ ਦੇ ਆਰ ਲੀਗਲ ਵੇਜ਼ ਵਾਈ ਯੂ ਵਾਂਟ ਟੂ ਟਰਾਈ ਇਲੀਗਲ ਵੇਜ਼। ਸੋ ਬਿਹਤਰ ਹੈ ਕਿ ਤੁਸੀਂ ਵਿਜ਼ਟਰ ਆਉਣਾ ਜੀ ਸਦਕੇ ਆਓ, ਘੁੰਮਣ ਫਿਰਨ ਆਓ, ਬਟ ਇਹ ਸੋਚ ਕੇ ਆਓ ਕਿ ਤੁਹਾਡਾ ਇੱਥੇ ਕਨਵਰਟ ਹੋ ਜਾਏਗਾ, ਉਹ ਪੋਸੀਬਿਲਿਟੀ ਬਿਲਕੁਲ ਨਹੀਂ ਹੈ। ਸਰ ਇੱਕ ਸਵਾਲ, ਜੋ ਉਹਦਾ ਬ੍ਰੈਗਜ਼ਿਟ ਹੋਇਆ, ਬਹੁਤ ਸਾਰੇ ਲੋਕ ਕੰਟਰੀ ਤੋਂ ਇੱਥੇ ਆਉਂਦੇ ਨੇ ਜਿਨ੍ਹਾਂ ਕੋਲ ਪਾਸਪੋਰਟ ਹੈਗਾ, ਉਹ ਹਾਲੇ ਵੀ ਸੋਚਦੇ ਕਿ ਅਸੀਂ ਹਾਲੇ ਵੀ ਐਲੀਜੀਬਲ ਹਾਂ ਕਿ ਸਾਨੂੰ ਇੱਥੇ ਪਰਮਾਨੈਂਟ ਰੈਜ਼ੀਡੈਂਸੀ ਮਿਲ ਸਕਦੀ ਆ। ਉਹ ਕਿੰਨੀ ਕੁ ਕਲੈਰਿਟੀ ਆ? ਦੇਖੋ, ਬ੍ਰੈਕਸਿਟ ਤੋਂ ਬਾਅਦ ਭਾਵੇਂ ਯੂਰਪ ਦਾ ਕਲਾਇੰਟ ਹੋਵੇ ਜਾਂ ਉਹ ਇੰਡੀਆ ਦਾ ਹੋਵੇ ਜਾਂ ਮਤਲਬ ਏਸ਼ੀਅਨ ਕੰਟਰੀਜ਼ ਦਾ ਹੋਵੇ, ਉਹਨਾਂ ਵਾਸਤੇ ਸੇਮ ਹੀ ਰੂਲ ਲਾਗੂ ਹੁੰਦੇ ਨੇ। ਰੀਸੈਂਟਲੀ ਇਟਾਲੀਅਨ ਕੰਪਨੀ ਸੀ ਕੰਪਿਊਟਰ ਦੀ, IT ਦੀ, ਉਹਨਾਂ ਦਾ ਹੈੱਡਕੁਆਟਰ ਇੱਥੇ UK 'ਚ ਸੀ, ਤੇ ਜਿਹੜੇ ਇਟਾਲੀਅਨ ਸਿਟੀਜ਼ਨ ਸੀ ਉਹਨਾਂ ਨੂੰ ਵਾਪਸ ਜਾਣਾ ਪਿਆ। ਤੇ ਹੁਣ ਮੈਂ ਸਪਾਂਸਰ ਲਾਇਸੈਂਸ ਕਰਾ ਕੇ ਉਸ ਕੰਪਨੀ ਦਾ, ਤੇ ਫਿਰ ਔਨ ਸਕਿਲਡ ਵਰਕ ਵੀਜ਼ਾ ਇਟਾਲੀਅਨ ਪਾਸਪੋਰਟ ਦੇ ਇਟਾਲੀਅਨ ਗੋਰੇ ਸਿਟੀਜ਼ਨਸ ਨੂੰ ਮੈਂ ਲੈ ਕੇ ਆਇਆ ਹੈਗਾ ਇੱਥੇ। ਤਾਂ ਮਤਲਬ ਤੁਹਾਡੇ ਕੋਲ ਜੇ ਯੂਰੋਪੀਅਨ ਪਾਸਪੋਰਟ ਵੀ ਹੈ
ਤਾਂ ਵੀ ਤੁਹਾਨੂੰ ਸਕਿਲਡ ਵਰਕ ਵੀਜ਼ਾ ਲੈ ਕੇ ਹੀ ਇਸ ਮੁਲਕ 'ਚ ਆਉਣਾ ਪਏਗਾ ਓਪਰਚੁਨਿਟੀਜ਼ ਹੈ। ਸ਼ੋਰ ਸਰ, ਇੱਕ ਸਵਾਲ ਮੇਰਾ ਹੋਰ ਸੀ ਕਿ ਜਿਹੜੇ ਬੱਚੇ ਸਟੂਡੈਂਟ ਯੂਕੇ ਦੇ ਵਿੱਚ ਆਏ ਨੇ ਹਨਾ, ਜਿਹੜੇ ਅੰਡਰ ਗ੍ਰੈਜੂਏਟ ਨੇ ਜਾਂ ਜਿਹੜੇ ਮਾਸਟਰਸ ਕਰ ਰਹੇ ਨੇ ਹਨਾ, ਉਹ ਪੁੱਛਦੇ ਨੇ ਕਿ ਜਿਹੜਾ ਜਦੋਂ ਵੀਜ਼ਾ ਅਸੀਂ ਸਵਿਚ ਕਰਦੇ ਹਾਂ ਟਾਇਰ 2 ਦੇ ਵਿੱਚ ਜਿਹੜਾ ਸਕਿਲ ਰੂਟ ਚੱਲ ਰਿਹਾ, ਤਾਂ ਉਹਦੇ ਵਿੱਚ ਉਹਨਾਂ ਨੂੰ ਆਈਲੈਟਸ ਦੀ ਲੋੜ ਹੁੰਦੀ ਹੈ ਕਿ ਨਹੀਂ ਹੁੰਦੀ, ਉਹਦੇ ਵਿੱਚ ਕੀ ਡਿਫਰੈਂਸ ਨੇ, ਥੋੜ੍ਹਾ ਜਿਹਾ ਦੱਸ ਸਕਦੇ ਹੋ ਉਹਦੇ ਬਾਰੇ? ਹਾਂਜੀ, ਕਈ ਤੁਸੀਂ ਨਾ ਆਪਣੇ ਹਿਸਾਬ ਨਾਲ ਆਪਣੀਆਂ ਰਿਸਰਚਾਂ ਕਰਦੇ ਹੋ, ਕਈਆਂ ਕੋਲ ਜਾਂਦੇ ਹੋ, ਈਵਨ ਕਈ ਲਾਇਰ ਵੀ ਤੁਹਾਨੂੰ ਕਹਿੰਦੇ ਨੇ B1 ਕਰੋ ਜੀ, ਅੰਗਰੇਜ਼ੀ ਕਰੋ ਜੀ, ਐਪਲੀਕੇਸ਼ਨ ਲਾਉਣ ਲੱਗੇ ਤੁਹਾਡਾ ਇੰਗਲਿਸ਼ ਦਾ ਟੈਸਟ ਕਿੱਥੇ, ਆਇਲਟਸ ਕਿੱਥੇ ਹੈ। ਮੈਂ ਕਲੀਅਰ ਲਫ਼ਜ਼ਾਂ 'ਚ ਦੱਸਦਾ, ਜਿਹੜਾ ਵੀ ਬੱਚਾ ਇਸ ਮੁਲਕ ਦੇ ਵਿੱਚ ਸਟੂਡੈਂਟ ਵੀਜ਼ੇ ਉੱਤੇ ਹੈ ਉਹਨੂੰ ਕਿਸੇ ਵੀ ਇੰਗਲਿਸ਼ ਪ੍ਰੂਫ ਦੀ ਲੋੜ ਨਹੀਂ ਹੈ, ਨਾ ਨੈਰਿਕ ਦੀ, ਨਾ ਆਇਲਟਸ ਦੀ, ਨਾ ਕਿਸੇ ਹੋਰ ਇੰਗਲਿਸ਼। ਉਹਨਾਂ ਦਾ ਜਿਹੜਾ ਕੈਸ ਲੈਟਰ ਹੁੰਦਾ ਹੈ ਉਹਦੇ ਉੱਤੇ ਹੀ ਲੈਂਗੁਏਜ ਬਾਰੇ ਮੈਂਸ਼ਨ ਕੀਤਾ ਹੁੰਦਾ ਕਿ ਉਹਨਾਂ ਦੀ ਲੈਂਗੁਏਜ ਚੈੱਕ ਕੀਤੀ ਗਈ ਸੀ ਜਦੋਂ ਇਸ ਮੁਲਕ 'ਚ ਆਏ। ਸਟੂਡੈਂਟ ਨੂੰ ਇੰਗਲਿਸ਼ ਟੈਸਟ ਦੀ ਲੋੜ ਨਹੀਂ ਹੈ ਸਕਿਲਡ ਵਰਕ ਵਿੱਚ ਲਾਉਣ ਵਾਸਤੇ। ਹਾਂ, ਜੇ ਉਹਨਾਂ ਦੇ ਡਿਪੈਂਡੈਂਟਸ ਕਰਦੇ ਨੇ ਤੇ ਡਿਪੈਂਡੈਂਟ ਨੂੰ ਡੈਫੀਨੇਟਲੀ ਲੋੜ ਹੋਏਗੀ ਇੰਗਲਿਸ਼ ਟੈਸਟ ਦੀ। ਆਈ ਮੀਨ ਮੈਂ ਕਲੈਰੀਫਾਈ ਕਰਦਾ, ਜੇ ਡਿਪੈਂਡੈਂਟ ਮੇਨ ਐਪਲੀਕੈਂਟ ਬਣਦਾ, ਜੇ ਡਿਪੈਂਡੈਂਟ ਐਜ਼ ਅ ਡਿਪੈਂਡੈਂਟ ਐਪਲੀਕੇਸ਼ਨ ਆ ਤਾਂ ਉਹਨੂੰ ਆਈਲਟਸ ਦੀ ਲੋੜ ਨਹੀਂ ਹੈਗੀ ਹੈ। ਬਟ ਜੇ ਡਿਪੈਂਡੈਂਟ ਕਹਿੰਦਾ ਕਿ ਮੈਂ ਮੇਨ ਐਪਲੀਕੈਂਟ ਬਣਨਾ, ਤਾਂ ਜਿਹੜਾ ਜੇ ਸਟੂਡੈਂਟ ਹੈ ਉਹ ਡਿਪੈਂਡੈਂਟ ਬਣਨਾ, ਤਾਂ ਉਸ ਵਕਤ ਜੇ ਡਿਪੈਂਡੈਂਟ ਮੇਨ ਐਪਲੀਕੈਂਟ ਬਣੇ ਤਾਂ ਉਹਨੂੰ ਇੰਗਲਿਸ਼ ਟੈਸਟ ਦੀ ਲੋੜ ਹੋਏਗੀ। ਸੀਰੀਅਸ ਸਰ, ਬਹੁਤ ਵਧੀਆ ਲੱਗਾ, ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਇਹੀ ਸਵਾਲ ਹੁੰਦੇ ਆ ਕਿ ਸਾਨੂੰ ਥੋੜੀ ਜਿਹੀ ਕਲੈਰਿਟੀ ਚਾਹੀਦੀ ਹੈ ਇਹਨਾਂ ਸਵਾਲਾਂ ਦੇ ਵਿੱਚ ਕਿ ਉਹ ਕਦੀ ਕਿਸੇ ਦੀ ਸਲਾਹ ਲੈਂਦੇ, ਕਦੀ ਕਿਸੇ ਦੀ। ਠੀਕ ਹੈ, ਤਾਂ ਜੋ ਸਵਾਲ ਸੀ ਉਹ ਮੈਂ ਕਲੀਅਰ ਕੀਤੇ, ਜਿਹੜੇ ਬਾਕੀ ਹੋਰ ਸਵਾਲ ਹੋਣਗੇ ਫਿਰ ਕਿਸੇ ਦਿਨ ਬੈਠਾਂਗੇ। ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਅੱਜ ਅਸੀਂ ਆਏ ਸੀ ਇੱਥੇ ਯੂਕੇ ਦਾ ਸਭ ਤੋਂ ਵੱਡਾ ਸਾਲ 'ਚ ਇੱਕ ਵਾਰੀ ਹੁੰਦਾ ਹੈ ਕੇਅਰ ਸ਼ੋ, ਉਹਦੇ ਵਿੱਚ ਲਾਈਵ ਇਮੀਗ੍ਰੇਸ਼ਨ ਐਜ਼ ਅ ਸਪੀਕਰ ਆਏ ਸੀ। ਔਰ ਮੈਂ ਤੁਹਾਨੂੰ ਦਿਖਾ ਦਾਂ ਪਿੱਛੇ ਕਿੰਨਾ ਵੱਡਾ ਸੈਂਟਰ ਹੈ, ਔਰ ਘੱਟੋ ਘੱਟ ਪੂਰੇ ਯੂਕੇ ਦੇ 1 ਲੱਖ ਤੋਂ ਉੱਪਰ ਕੇਅਰ ਓਨਰਸ, ਕੇਅਰ ਕੰਪਨੀਆਂ ਇੱਥੇ ਆਈਆਂ ਸਨ, ਜਿਨ੍ਹਾਂ ਨੂੰ ਅਸੀਂ ਜੋ ਹੈ ਐਜ਼ ਅ ਓਨਲੀ ਲਾਇਰ ਇਨ ਯੂਕੇ ਵੀ ਵਰ ਏਬਲ ਟੂ ਸਪੀਕ ਇਨ ਦਾ ਬਿਜ਼ਨਸ ਸੈਂਟਰ, ਜੋ ਕਿ ਅਸੀਂ ਤੁਹਾਡੇ ਨਾਲ ਬਹੁਤ ਜਲਦ ਸ਼ੇਅਰ ਕਰਾਂਗੇ। ਆਪਣਾ ਰੱਖੋ ਖਿਆਲ, ਇਮੀਗ੍ਰੇਸ਼ਨ ਲਈ ਜ਼ਰੂਰ ਯਾਦ ਰੱਖੋ। ਬਲਜਿੰਦਰ ਸਿੰਘ ਰਾਠੌਰ ਤੇ ਮੇਰਾ ਨਾਮ ਮਨਪ੍ਰੀਤ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ।